biggest South Asian media group, Y Media. Hello everyone, my name is Yudhir Jaswal. I'm the group editor at Y Media. Y Media Group ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ Y Media ਮੈਂ ਯੂਧੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ ਉਸ ਖਬਰ ਦੀ ਜਿਹਦੇ ਨਾਲ ਕਿ ਇੰਡੀਆ ਕੈਨੇਡਾ ਦੇ ਔਰ ਇੰਡੀਆ ਔਰ US ਦੇ ਰਿਲੇਸ਼ਨਸ਼ਿਪ ਇਸ ਇੱਕ ਖਬਰ ਦੇ ਨਾਲ ਉਹਦੇ ਤਾਰ ਜੁੜੇ ਹੋਏ ਨੇ। ਸੋ ਇਹ ਪਹਿਲੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਦੇ ਵਿੱਚ ਕਿ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੁੰਦਾ ਹੈ 18 ਜੂਨ ਨੂੰ। ਹਰਦੀਪ ਨਿੱਜਰ ਕੌਣ ਨੇ? ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਉਹਨਾਂ ਦੇ ਉਹ ਪ੍ਰਧਾਨ ਸੀਗੇ। 18 ਜੂਨ ਨੂੰ ਉਹਨਾਂ ਦਾ ਕਤਲ ਹੁੰਦਾ ਹੈ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੋ ਜਾਂਦੀ ਹੈ। ਆਈਹੈਡ ਟੀਮ ਜਿਹੜੀ ਹੈ ਇਨਵੈਸਟੀਗੇਸ਼ਨ ਲੀਡ ਕਰ ਰਹੀ ਹੈ। ਓਬਵੀਅਸਲੀ ਹੋਰ ਇੰਟੈਲੀਜੈਂਸ ਏਜੰਸੀਜ਼ ਕੈਨੇਡਾ ਦੀਆਂ RCMP ਸਾਰੇ ਮਦਦ ਕਰ ਰਹੇ ਨੇ। ਬਹੁਤ ਬੜਾ ਮਾਮਲਾ ਹੈ, ਹਾਈ ਪ੍ਰੋਫਾਈਲ ਮਾਮਲਾ ਹੋ ਗਿਆ। ਔਰ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਮਾਮਲਾ ਉਸ ਸਮੇਂ ਹੋਰ ਜ਼ਿਆਦਾ ਹਾਈ ਪ੍ਰੋਫਾਈਲ ਹੋ ਗਿਆ ਜਦੋਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੇ ਨਾਲ G20 ਸਮਿਟ ਦੇ ਵਿੱਚ ਜਾ ਕੇ ਮੁਲਾਕਾਤ ਕੀਤੀ ਔਰ ਐਸੇ ਐਲੀਗੇਸ਼ਨਸ ਉਹਨਾਂ ਨੇ ਉੱਥੇ ਲਗਾ ਰਹੇ ਸੀਗੇ ਕਿ ਇਸ ਮਾਮਲੇ ਦੇ ਵਿੱਚ ਇੰਡੀਆ ਮਦਦ ਕਰੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਕਿਉਂਕਿ ਉਸ ਸਮੇਂ ਸ਼ਾਇਦ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉੱਥੇ ਕੀ ਹੋ ਰਿਹਾ, ਪਰ ਜਦੋਂ ਵਾਪਸ ਆਏ ਆ 18 ਜੂਨ ਨੂੰ ਹਰਦੀਪ ਨਿੱਜਰ ਹੋਣਾ ਦਾ ਕਤਲ ਹੁੰਦਾ ਹੈ। 18 ਸੈਪਟੈਂਬਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਾਰਲੀਮੈਂਟ ਦੇ ਵਿੱਚ ਗੱਲ ਕਰਦੇ ਨੇ ਕਿ ਹਰਦੀਪ ਨਿੱਜਰ ਹੋਣਾ ਦਾ ਕਤਲ ਜਿਹੜਾ ਹੋਇਆ ਉਹਦੇ ਵਿੱਚ ਕ੍ਰੈਡੀਬਲ ਐਲੀਗੇਸ਼ਨਸ ਨੇ ਕਿ ਇਹਦੇ ਵਿੱਚ ਇੰਡੀਅਨ ਸਟੇਟ ਦੇ ਏਜੰਟਸ ਜਿਹੜੇ ਇਨਵੋਲਵ ਨੇ। ਇਹ ਗੱਲ ਪ੍ਰਧਾਨ ਮੰਤਰੀ ਟਰੂਡੋ ਹੋਣਾ ਨੇ ਕਹੀ। ਕਿਸ ਬਿਨਾਂ ਦੇ ਉੱਤੇ ਕਹੀ? ਉਹ ਇਸ ਬਿਨਾਂ ਦੇ ਉੱਤੇ ਕਹੀ ਕਿ ਉਹਨਾਂ ਕੋਲ ਕੋਈ ਕ੍ਰੈਡੀਬਲ ਐਲੀਗੇਸ਼ਨ ਸੀਗੇ। ਕੀ ਸੀਗੇ? ਹੁਣ ਇਹਦੇ ਤਾਰ ਜੁੜ ਰਹੇ ਨੇ ਅਮਰੀਕਾ ਦੇ ਨਾਲ। ਅਮਰੀਕਾ ਦੇ ਨਾਲ ਕਿੱਦਾਂ ਤਾਰ ਜੁੜ ਰਹੇ? ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿਹੜਾ ਮਰਡਰ ਇੱਥੇ ਹੋਇਆ ਇਹਦੇ ਤਾਰ ਅਮਰੀਕਾ ਦੇ ਨਾਲ ਕਿੱਦਾਂ ਜੁੜ ਰਹੇ ਨੇ? ਨਿਊਯਾਰਕ ਦੀ ਇੱਕ ਅਦਾਲਤ ਦੇ ਵਿੱਚ ਇੱਕ ਡਾਕੂਮੈਂਟ ਦਾਖਲ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ, ਨਿਊਯਾਰਕ ਦੀ ਅਦਾਲਤ ਦੇ ਵਿੱਚ ਜਿਹਦੇ 'ਚ ਇਹ ਕਿਹਾ ਜਾ ਰਿਹਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜ਼ਿਸ਼ ਇੰਡੀਆ ਦੇ ਵਿੱਚ ਇੱਕ ਇੰਡੀਆ ਦੇ ਸੀਨੀਅਰ ਅਧਿਕਾਰੀ ਨੇ, ਇੱਕ ਆਫੀਸਰ ਨੇ, ਇੰਡੀਅਨ ਗਵਰਨਮੈਂਟ ਦੇ ਇੱਕ ਸੀਨੀਅਰ ਆਫੀਸਰ ਨੇ ਲੀਡ ਕੀਤੀ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਨਿਖਿਲ ਗੁਪਤਾ ਵੀ ਇਨਵੋਲਵਡ ਸੀਗਾ। ਉਹਨਾਂ ਦੇ ਜ਼ਰੀਏ ਗੁਰਪਤਵੰਤ ਸਿੰਘ ਪੰਨੂ ਹੋਣਾ ਦੀ ਕਤਲ ਦੀ ਸਾਜ਼ਿਸ਼ ਸੀ। ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਹੋਰ ਜਿਹਨਾਂ ਦੀ ਕਤਲ ਦੀ ਸਾਜ਼ਿਸ਼ ਵੀ ਸੀਗੀ ਔਰ ਕਿਤੇ ਨਾ ਕਿਤੇ ਉਹਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਵੀ ਮਾਮਲੇ ਦਾ ਜ਼ਿਕਰ ਹੋ ਰਿਹਾ ਹੈ, ਇਨਡਾਇਰੈਕਟਲੀ ਹੋ ਰਿਹਾ ਹੈ ਔਰ ਹਰਦੀਪ ਸਿੰਘ ਨਿੱਜਰ ਹੋਣਾ ਦਾ ਬਾਅਦ ਦੇ ਵਿੱਚ ਕਤਲ ਹੋ ਵੀ ਜਾਂਦਾ ਹੈ। ਸੋ ਇਨਡਾਇਰੈਕਟ ਇੱਧਰ ਵੀ ਜ਼ਿਕਰ ਹੋ ਰਿਹਾ। ਸੋ ਲੇਕਿਨ ਕੀ ਇਹ ਜੋ ਨਿਊਯਾਰਕ ਦੀ ਅਦਾਲਤ ਦੇ ਵਿੱਚ ਇਹ ਮਾਮਲਾ ਆਇਆ, ਹੁਣ ਇਸ ਮਾਮਲੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੂਡੀ ਥਾਮਸ ਇੰਡੀਆ ਜਾਂਦੇ ਨੇ। ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ ਹੋਣਾ ਦੇ ਲਈ ਮੁਲਾਕਾਤ ਕਰਦੇ ਨੇ। ਹੁਣ ਇਹਦੇ ਬਾਰੇ ਬਿਆਨ ਕੀ ਆ ਰਹੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ। ਲੇਕਿਨ ਹੁਣ ਤਾਜ਼ਾ ਡਿਵੈਲਪਮੈਂਟ ਕੀ ਹੋਈ ਹੈ? ਤਾਜ਼ਾ ਡਿਵੈਲਪਮੈਂਟ ਇਹ ਹੋਈ ਹੈ ਕਿ ਗਲੋਬਲ ਮੇਲ ਦੀ ਹੈਡਲਾਈਨ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ। ਗਲੋਬਲ ਮੇਲ ਇਹ ਕਹਿ ਰਹੀ ਹੈ ਕਿ 2 ਜਣਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ RCMP ਕਰ ਸਕਦੀ ਹੈ ਕੁਝ ਹੀ ਹਫ਼ਤਿਆਂ ਦੇ ਵਿੱਚ। ਸੋ ਪਹਿਲਾਂ ਤਾਂ ਜਰਾ ਇਸ ਹੈਡਲਾਈਨ ਨੂੰ ਸਮਝ ਲਈਏ ਫਿਰ ਕੀ ਮਾਮਲਾ ਕੀ ਹੈ। ਹੈਡਲਾਈਨ ਕੀ ਹੈ ਫਿਰ ਧਿਆਨ ਨਾਲ ਸੁਣ ਲਓ ਕਿ 2 ਜਣਿਆਂ ਦੀ ਗ੍ਰਿਫਤਾਰੀ ਕਰ ਸਕਦੀ ਹੈ RCMP ਹਰਦੀਪ ਨਿੱਜਰ ਮਰਡਰ ਦੇ ਵਿੱਚ। ਕੁਝ ਹੀ ਹਫ਼ਤਿਆਂ 'ਚ ਗ੍ਰਿਫਤਾਰੀ ਹੋ ਜਾਏਗੀ। ਹੁਣ ਗਲੋਬਲ ਮੇਲ ਦੇ ਵਿੱਚ ਜੋ ਰਿਪੋਰਟ ਆਈ ਹੈ ਉਹ ਸਾਨੂੰ ਸੀਰੀਅਸਲੀ ਇਸ ਲਈ ਲੈਣੀ ਪਏਗੀ ਕਿ ਰੋਬਰਟ ਫਾਈਵ ਔਰ ਸਟੀਫਨ ਚੇਸ ਨੇ ਰਿਪੋਰਟ ਲਿਖੀ ਹੈ। ਇਹ ਰੋਬਰਟ ਫਾਈਵ ਬੜੇ ਮਸ਼ਹੂਰ ਪੱਤਰਕਾਰ ਨੇ, ਸਟੀਫਨ ਚੇਸ ਬੜੇ ਮਸ਼ਹੂਰ ਪੱਤਰਕਾਰ ਨੇ। ਜੇ ਰੋਬਰਟ ਫਾਈਵ ਦੀ ਗੱਲ ਕਰੀਏ SNC ਲੈਵਲਿਨ ਵਰਗੇ ਵੱਡੇ ਮੁੱਦੇ ਇਹਨਾਂ ਨੇ ਉਠਾਏ ਨੇ। ਰੋਬਰਟ ਫਾਈਵ ਗਲੋਬਲ ਮੇਲ ਦੇ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਨਾ ਸਿਰਫ ਬੜੇ ਹਾਈ ਪ੍ਰੋਫਾਈਲ ਕੇਸਿਸ ਕਵਰ ਕੀਤੇ ਨੇ ਬਲਕਿ ਰੋਬਰਟ ਫਾਈਵ ਹੀ ਉਹ ਪੱਤਰਕਾਰ ਸੀਗੇ ਜਿਨ੍ਹਾਂ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ PMO ਫੋਨ ਕੀਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਹਰਦੀਪ ਨਿੱਜਰ ਮਾਮਲੇ 'ਚ ਰੋਬਰਟ ਫਾਈਵ ਉਹਨਾਂ ਨੇ ਕਿਹਾ ਸੀ ਗਲੋਬਲ ਮੇਲ ਕੋਲ ਪੁਖਤਾ ਜਾਣਕਾਰੀ ਹੈ ਕਿ ਕਿਤੇ ਨਾ ਕਿਤੇ ਕੁਝ ਇਹਦੇ ਤਾਰ ਇੰਡੀਆ ਦੇ ਨਾਲ ਜੁੜ ਰਹੇ ਨੇ ਔਰ ਜੇ ਤੁਸੀਂ ਇਹ ਗੱਲ ਨਹੀਂ ਕਰਦੇ ਹੈ ਜਾਂ ਸਾਨੂੰ ਇਸ ਬਾਰੇ ਦੱਸੋ ਨਹੀਂ ਤੇ ਅਗਲੇ ਦਿਨ ਅਖਬਾਰ ਦੇ ਵਿੱਚ ਗਲੋਬਲ ਮੇਲ ਰਿਪੋਰਟ ਛਾਪ ਦੇਗੀ। ਉਹ ਰੋਬਰਟ ਫਾਈਵ ਹੀ ਸੀਗੇ ਉਹ ਪੱਤਰਕਾਰ, ਸਟੀਫਨ ਚੇਸ ਸੀ ਉਹਨਾਂ ਦੇ ਨਾਲ ਜਿਹੜੀ ਕਿ ਇਸ ਇਨਵੈਸਟੀਗੇਟਿਵ ਸਟੋਰੀ ਨੂੰ ਉਸ ਸਮੇਂ ਲੀਡ ਕਰ ਰਹੇ ਸੀ। ਅਸਰ ਉਹਦਾ ਇੰਨਾ ਹੋਇਆ ਗਲੋਬਲ ਮੇਲ ਦੀ ਇਸ ਫੋਨ ਕਾਲ ਦਾ, ਹਾਲਾਂਕਿ ਇਹਨਾਂ ਕੋਲ ਵੀ ਕੁਝ ਨਹੀਂ ਸੀਗਾ, ਇਹਨਾਂ ਕੋਲ ਤਾਂ ਇਨਫੋਰਮੇਸ਼ਨ ਸੀਗੀ। ਰੋਬਰਟ ਫਾਈਵ ਔਰ ਸਟੀਫਨ ਚੇਸ ਨੇ ਦੇਖਿਆ ਕੁਝ ਨਹੀਂ ਸੀਗਾ, ਉਹਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਜਿਹੜੀਆਂ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਜ਼ ਹੈ ਇਹਨਾਂ ਕੋਲ ਇਨਫੋਰਮੇਸ਼ਨ ਹੈ, ਕੁਝ ਕ੍ਰੈਡੀਬਲ ਐਲੀਗੇਸ਼ਨਸ ਹੈਗੇ ਇਹਨਾਂ ਕੋਲ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹਨਾਂ ਨੇ ਫੋਨ ਕੀਤਾ ਕਿ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ। ਅਸਰ ਇਹ ਹੋਇਆ ਕਿ ਅਗਲੇ ਦਿਨ 18 ਸੈਪਟੈਂਬਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਨਾਉਂਸ ਕਰਨਾ ਪੈ ਗਿਆ। ਸੋ ਜਦੋਂ ਗਲੋਬਲ ਮੇਲ ਦੁਬਾਰਾ ਰਿਪੋਰਟ ਆ ਛਾਪ ਰਿਹਾ ਹੈ ਕਿ 2 ਜਣੇ ਗ੍ਰਿਫਤਾਰ ਹੋ ਸਕਦੇ ਨੇ ਕੁਝ ਹਫ਼ਤਿਆਂ ਦੇ ਵਿੱਚ, RCMP ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਔਰ ਇਹ 2 ਜਣੇ ਕੌਣ ਨੇ? ਸਸਪੈਕਟ ਨੇ। ਨਥਿੰਗ ਹੈਜ਼ ਬੀਨ ਪ੍ਰੂਵਨ ਇਨ ਦਾ ਕੋਰਟ ਆਫ ਲਾਅ। ਫਿਲਹਾਲ ਤੇ ਅਸੀਂ ਇਹਨਾਂ ਨੂੰ ਸਸਪੈਕਟ ਕਹਾਂਗੇ, ਹਜੇ ਇਹ ਸਸਪੈਕਟ ਨੇ ਔਰ ਕੁਝ ਮਹੀਨਿਆਂ ਤੋਂ ਇਹਨਾਂ ਨੂੰ ਸਰਵੇਲੈਂਸ ਦੇ ਉੱਤੇ ਰੱਖਿਆ ਗਿਆ। ਯਾਨੀ ਕਿ ਕੈਨੇਡਾ ਦੀ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਜ਼ ਹੈ ਜਾਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਇਹ 2 ਜਣਿਆਂ ਨੂੰ
ਸਰਵੇਲੈਂਸ ਦੇ ਉੱਤੇ ਸੀਗੇ, ਇਹਨਾਂ ਨੂੰ ਫੋਲੋ ਕਰ ਰਹੇ ਸੀਗੇ। ਔਰ ਇਹ ਦੋ ਜਣੇ, ਕਿਉਂਕਿ ਪਹਿਲਾਂ ਤਾਂ ਗੱਲ ਕਹੀ ਜਾ ਰਹੀ ਸੀ ਕਿ ਹੋ ਸਕਦਾ ਹਰਦੀਪ ਨਿੱਜਰ ਹੋਣਾ ਦਾ ਜਿਨ੍ਹਾਂ ਨੇ ਕਤਲ ਕੀਤਾ ਉਹ ਕੈਨੇਡਾ ਤੋਂ ਫਰਾਰ ਹੋ ਗਏ ਹੁਣ ਕਿਹਾ ਜਾ ਰਿਹਾ ਹੈ ਕਿ ਦੋ ਜਣੇ, ਕਿਉਂਕਿ ਟੋਟਲ ਕਿੰਨੇ ਜਣੇ ਹਜੇ ਤੱਕ ਕਹੇ ਗਏ ਨੇ? 3। ਆਰਸੀਐਮਪੀ ਨੇ ਪਹਿਲਾਂ 2 ਜਣਿਆਂ ਦਾ ਜ਼ਿਕਰ ਕੀਤਾ, ਫਿਰ ਕਿਹਾ ਇੱਕ ਤੀਸਰਾ ਜਣਾ ਹੋਰ ਵੀ ਇਨਵੋਲਵ ਹੈ। ਸੋ ਟੋਟਲ 3 ਜਣੇ ਸਸਪੈਕਟ ਇਸ ਵੇਲੇ ਲਾਅ ਇਨਫੋਰਸਮੈਂਟ ਏਜੰਸੀਜ਼ ਕਹਿ ਰਹੀਆਂ। 3 ਸਸਪੈਕਟ ਕਿਹੜੇ ਨੇ? 2 ਜਣੇ ਜਿਨ੍ਹਾਂ ਨੇ ਕਿ ਡਾਇਰੈਕਟ ਇਨਵੋਲਵ ਸੀਗੇ ਗੋਲੀਆਂ ਚਲਾਉਣ ਦੇ ਵਿੱਚ, ਔਰ ਇੱਕ ਜਣਾ ਜਿਹੜਾ ਕਿ ਗੈਟਵੇ ਕਾਰ, ਸਿਲਵਰ ਕਲਰ ਦੀ ਇੱਕ ਪੁਰਾਣੀ ਕਾਰ ਜਿਹੜੀ ਸੀਗੀ, ਉਹ ਟੋਇਟਾ ਕਾਰ, ਸਿਲਵਰ ਕਲਰ ਦੀ ਪੁਰਾਣੀ ਇੱਕ ਕਾਰ, ਉਹਦੇ ਵਿੱਚ ਦੈਟ ਕੁਡ ਹੈਵ ਬੀਨ ਯੂਜ਼ਡ ਐਜ਼ ਦਾ ਐਸਕੇਪ ਵਹੀਕਲ। ਸੋ ਇੱਕ ਜਣਾ ਉਹਦੇ ਵਿੱਚ ਇਨਵੋਲਵ ਹੋਏਗਾ, 2 ਜਣੇ ਇੱਧਰ ਸੀਗੇ। ਸੋ ਟੋਟਲ 3 ਜਣੇ ਦੀ ਗੱਲ ਹੋ ਰਹੀ ਹੈ। ਹੁਣ 3 ਦੇ ਵਿੱਚੋਂ 2 ਦੀ ਤਾਂ ਗੱਲ ਹੁਣ ਗਲੋਬਲ ਮੇਲ ਆਪਣੀ ਇਸ ਰਿਪੋਰਟ ਦੇ ਮੁਤਾਬਿਕ ਕਰ ਰਹੀ ਹੈ ਕਿ 2 ਜਣੇ ਜਿਹੜੇ ਨੇ ਜੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਕੁਝ ਮਹੀਨਿਆਂ ਤੋਂ ਉਹਨਾਂ ਨੂੰ ਫੋਲੋਅਪ ਕੀਤਾ ਜਾ ਰਿਹਾ ਸੀਗਾ, ਔਰ ਹੁਣ ਕੁਝ ਹਫ਼ਤਿਆਂ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋ ਜਾਏਗੀ। ਔਰ ਜਦੋਂ ਗ੍ਰਿਫਤਾਰੀ ਹੋਏਗੀ, ਜ਼ਾਹਿਰ ਜੀ ਗੱਲ ਹੈ, ਜਦ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹਨੂੰ ਜਰਾ ਐਨਾਲਿਸਿਸ ਕਰ ਲਈਏ। ਇਹ ਤੇ ਰਿਪੋਰਟ ਗਲੋਬਲ ਮੇਲ 'ਚ ਆ ਗਈ, ਜਰਾ ਇਸ ਤੋਂ ਅੱਗੇ ਐਨਾਲਿਸਿਸ ਕਰ ਲਈਏ ਵੀ ਕੀ ਹੋ ਸਕਦਾ ਹੈ। ਜਦੋਂ ਗ੍ਰਿਫਤਾਰੀ ਹੋਏਗੀ, ਚਾਰजेस ਵਿਲ ਬੀ ਲੇਡ। ਠੀਕ ਹੈ ਜੀ। ਸਭ ਤੋਂ ਪਹਿਲੀ ਚੀਜ਼ ਤੇ ਚਾਰजेस ਲੈ ਕੀਤੇ ਜਾਣਗੇ। ਚਾਰजेस ਜਿਹੜੇ ਲੈ ਕੀਤੇ ਜਾਣਗੇ ਉਹਦੇ ਵਿੱਚ ਐਲੀਗੇਸ਼ਨ ਸਾਹਮਣੇ ਆਏਗਾ। ਸਸਪੈਕਟ ਹੈ ਹਰਦੀਪ ਨਿੱਜਰ ਮਾਮਲੇ ਜੇ ਕਿਹਾ ਜਾ ਰਿਹਾ ਤੇ 2 ਜਣੇ ਨੇ, ਤੇ ਜ਼ਾਹਿਰ ਜੀ ਗੱਲ ਆ ਚਾਰजेस ਤਾਂ ਇਸ ਮਾਮਲੇ 'ਚ ਮੋਸਟ ਲਾਈਕਲੀ ਕਤਲ ਦੇ ਹੀ ਬਣਨਗੇ। ਉਹ ਚਾਰजेस ਲੈ ਕੀਤੇ ਜਾਣਗੇ। ਪਲੱਸ ਇਹ ਵੀ ਉਹਦੇ ਵਿੱਚ ਜ਼ਰੂਰ ਦੱਸਿਆ ਜਾਏਗਾ ਕਿ ਇਹਨਾਂ ਦੇ ਨਾਮ ਕੀ ਨੇ। ਜਦੋਂ ਚਾਰजेस ਲੈ ਕੀਤੇ ਜਾਣਗੇ, ਅਨਲੈਸ ਕੋ ਪਬਲਿਕੇਸ਼ਨ ਬੈਨ ਲੱਗ ਗਿਆ, ਜੋ ਲੱਗਦਾ ਨਹੀਂ ਇਸ ਕੇਸ ਦੇ ਵਿੱਚ, ਨਾਮ ਸਾਹਮਣੇ ਆਣਗੇ ਕਿ ਕੌਣ ਲੋਕ ਨੇ। ਔਰ ਫਿਰ ਸ਼ਾਇਦ ਇਹ ਵੀ ਮੀਡੀਆ ਸਵਾਲ ਕਰੇਗਾ ਕਿ ਲੋਕ ਕਿੱਥੋਂ ਗ੍ਰਿਫਤਾਰ ਹੋਏ, ਕਿੱਥੇ ਰਹਿ ਰਹੇ ਸੀ, ਕੀ ਆ ਇਹਨਾਂ ਦੀ ਬੈਕਗਰਾਉਂਡ ਕੀ ਹੈ। ਔਰ ਕਿਤੇ ਨਾ ਕਿਤੇ ਰਿਪੋਰਟ ਦੇ ਵਿੱਚ ਇਹ ਵੀ ਹਿੰਟ ਦਿੱਤਾ ਜਾ ਰਿਹਾ ਹੈ ਕਿ ਜਦੋਂ ਚਾਰजेस ਲੈ ਕੀਤੇ ਜਾਣਗੇ, ਉਸ ਸਮੇਂ ਇਹਦੇ ਲਿੰਕ ਜਿਹੜੇ ਨੇ ਇੰਡੀਆ ਦੇ ਨਾਲ ਵੀ ਸ਼ਾਇਦ ਜੁੜ ਸਕਦੇ ਨੇ। ਆਹ ਬੜਾ ਇੰਪੋਰਟੈਂਟ ਸਵਾਲ ਹੈ। ਅੱਛਾ, ਹੁਣ ਜਿਹੜਾ ਇੰਡੀਅਨ ਮੀਡੀਆ ਹੈ, ਇੰਡੀਆ ਸਾਈਡ ਤੇ ਇੱਕ ਮੀਡੀਆ ਉਹ ਕਹਿ ਰਿਹਾ ਜੀ ਦੇਖੋ ਜੀ ਟਰੂਡੋ ਸਾਹਿਬ ਦਾ ਝੂਠ ਪਕੜਿਆ ਗਿਆ, 2 ਬੰਦੇ ਹੁਣ ਪਕੜੇ ਜਾਣਗੇ, ਇਹ ਤੇ ਇੰਡੀਆ ਦੇ ਨਾਲ ਕੋਈ ਲਿੰਕ ਹੀ ਨਹੀਂ ਹੋਗਾ। ਇੰਡੀਅਨ ਮੀਡੀਆ ਨੇ ਆਪਣਾ ਸਿਸਟਮ ਸ਼ੁਰੂ ਕਰ ਦਿੱਤਾ। ਇੰਡੀਆ ਦੇ ਬਹੁਤ ਸਾਰੇ ਉਧਰ ਮੇਨ ਸਟ੍ਰੀਮ ਮੀਡੀਆ ਅਦਾਰੇ ਨੇ, ਉਹਨਾਂ ਆਪਣਾ ਸਿਸਟਮ ਉਧਰ ਸ਼ੁਰੂ ਕਰ ਦਿੱਤਾ ਕਿ ਜੀ ਉੱਥੇ ਇੰਡੀਆ ਦੇ ਵਿੱਚ ਇਹ ਝੂਠ ਪਕੜਾ ਜਾਏਗਾ, ਕੁਝ ਨਹੀਂ ਨਿਕਲੇਗਾ ਇਹਦੇ ਵਿੱਚੋਂ। ਉਧਰ ਉਹ ਇੰਡੀਅਨ ਮੀਡੀਆ ਕਹਿ ਰਿਹਾ। ਲੇਕਿਨ ਜੋ ਇੱਧਰ ਗਲੋਬਲ ਮੇਲ ਰਿਪੋਰਟ ਕਰ ਰਹੀ ਹੈ ਉਹ ਕਹਿ ਰਹੀ ਹੈ ਕਿ ਪੋਸੀਬਲ ਹੀ ਫਿਰ, ਕਿਉਂਕਿ ਆਹ ਬੜਾ ਅਹਿਮ ਸਵਾਲ ਹੈ ਕਿ ਜਿਹੜੇ 2 ਜਣੇ ਹੋਣਗੇ, ਕਿਆ ਉਹਨਾਂ ਦੇ ਫਿਰ ਇੰਡੀਆ ਦੀ ਗਵਰਨਮੈਂਟ ਦੇ ਨਾਲ ਲਿੰਕ ਜੁੜਨਗੇ ਜਿਹੜੇ 2 ਜਣੇ? ਕਿਉਂਕਿ ਹੁਣ ਅੱਛਾ, ਮੈਂ ਵੀ ਇਸ ਚੀਜ਼ ਨੂੰ ਵੀ ਐਡਰੈਸ ਕਰਦਾ ਹਾਂ ਕਿ ਜੇ ਉਹ 2 ਜਣੇ ਗ੍ਰਿਫਤਾਰ ਕਰਨੇ ਆਰਸੀਐਮਪੀ ਨੇ, ਕੁਝ ਹਫ਼ਤਿਆਂ ਦੇ ਵਿੱਚ ਕਿਉਂ ਕਰਨੇ ਆ? ਔਰ ਜੇ ਕੁਝ ਹਫ਼ਤਿਆਂ ਦੇ ਬਾਅਦ ਕਰਨੇ ਆ ਤਾਂ ਫਿਰ ਰਿਪੋਰਟ ਅੱਜ ਹੀ ਕਿਉਂ ਪਬਲਿਕ ਕਰ ਦਿੱਤੀ ਗਈ? ਕਿਉਂਕਿ ਜੇ 2 ਜਣੇ ਗ੍ਰਿਫਤਾਰੀ ਦੀ ਗੱਲ ਹੋ ਰਹੀ ਹੈ ਤਾਂ ਫਿਰ ਕੀ ਉਹ 2 ਜਣੇ ਪਹਿਲਾਂ ਤੋਂ ਹੀ ਗ੍ਰਿਫਤਾਰ ਨੇ ਜਾਂ ਇੰਨੇ ਅੰਡਰ ਸਰਵੇਲੈਂਸ ਨੇ ਉਹ ਕਿਤੇ ਫਰਾਰ ਨਹੀਂ ਹੋ ਸਕਦੇ? ਕੀ ਇਹ ਮਾਮਲਾ? ਇਸ ਕੁਐਸਚਨ ਨੂੰ ਵੀ ਸਾਨੂੰ ਐਡਰੈਸ ਕਰਨਾ ਪਏਗਾ। ਕਿਆ ਕਿਤੇ ਲਾਅ ਇਨਫੋਰਸਮੈਂਟ ਏਜੰਸੀਜ਼ ਇਹ ਵੇਟ ਕਰ ਰਹੀਆਂ ਸੀ ਕਿ ਅਸੀਂ ਇਹ ਰਿਪੋਰਟ, ਕਿਉਂਕਿ ਹੁਣ ਮੁੱਦੇ ਤੇ ਆਉਂਦੇ ਜਰਾ। ਰੋਬਰਟ ਫਾਈਵ ਔਰ ਸਟੀਫਨ ਚੇਸ ਗਲੋਬਲ ਮੇਲ ਦੇ ਜਿਹੜੇ ਪੱਤਰਕਾਰ ਨੇ, ਪਹਿਲਾਂ ਵੀ ਇਹਨਾਂ ਨੂੰ ਇਨਫੋਰਮੇਸ਼ਨ ਇਹਨਾਂ ਦੇ ਸੋਰਸਿਸ ਨੇ ਦਿੱਤੀ। ਸੋਰਸਿਸ ਕੌਣ ਹੋ ਸਕਦੇ ਨੇ? ਇਹ ਤੇ ਜਦੋਂ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਵੀ ਹਜੇ ਦੱਸਿਆ ਨਹੀਂ ਸੀਗਾ। ਜਰਾ ਟਾਈਮਲਾਈਨ ਦੁਬਾਰਾ ਤੋਂ ਚੈੱਕ ਕਰ ਲਈਏ। 18 ਜੂਨ ਨੂੰ ਕਤਲ ਹੁੰਦਾ ਹੈ ਹਰਦੀਪ ਨਿੱਜਰ ਹੋਣਾ ਦਾ। ਉਹਦੇ 48 ਘੰਟੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 48 ਆਵਰਸ ਬਾਅਦ 18 ਜੂਨ ਨੂੰ ਕਤਲ ਹੁੰਦਾ ਹੈ। 20 ਜੂਨ 2023 48 ਘੰਟੇ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਹਜੇ ਇੱਥੇ ਦੇਖ ਹੀ ਰਹੇ ਹੋਣੇ ਕੀ ਹੋਇਆ, ਉਹਨਾਂ ਤੱਕ ਖਬਰ ਹਜੇ ਪਹੁੰਚ ਰਹੀ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਲੇਕਿਨ ਇਹ ਤਾਂ ਕੈਨੇਡਾ 'ਚ ਹੋ ਰਿਹਾ। 18 ਜੂਨ ਨੂੰ ਕਤਲ ਹੋਇਆ, ਉਹਦੇ 48 ਘੰਟੇ ਬਾਅਦ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਤੱਕ ਕਿਹੜੀ ਰਿਪੋਰਟ ਆ ਰਹੀ ਹੈ, ਨਹੀਂ ਆ ਰਹੀ, ਉਸ ਦਾ ਅੰਦਾਜ਼ਾ ਨਹੀਂ ਹੈ। ਬਟ ਬਿਲਕੁਲ ਨਾਲ ਦੇ ਮੁਲਕ, ਨੇਬਰਿੰਗ ਕੰਟਰੀ US ਦੇ ਵਿੱਚ 48 ਘੰਟੇ ਬਾਅਦ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਲੈਂਡ ਕਰਦੇ ਨੇ। ਭਵਯ ਸਵਾਗਤ ਹੁੰਦਾ ਹੈ ਵਾਈਟ ਹਾਊਸ ਦੇ ਵਿੱਚ, ਉਹਨਾਂ ਨੂੰ ਆਨਰ ਕੀਤਾ ਜਾ ਰਿਹਾ ਹੈ। ਬੜਾ ਕੁਝ ਹੋ ਰਿਹਾ ਉੱਧਰ। ਇਹ ਗੱਲ ਮੈਂ 20 ਜੂਨ ਦੀ ਕਰ ਰਿਹਾ। ਟਾਈਮਲਾਈਨ ਫਿਰ ਇੱਥੇ ਦੇਖਣ ਵਾਲੀ ਹੈ। ਮਈ ਦੇ ਵਿੱਚ ਔਰ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਅਮਰੀਕਨ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਪਤਾ ਲੱਗ ਚੁੱਕਾ ਹੈ। ਮਈ ਔਰ ਜੂਨ ਦੇ ਪਹਿਲੇ ਹਫਤੇ ਅਮਰੀਕਨ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਪਤਾ ਲੱਗ ਚੁੱਕਾ ਹੈ ਕਿ ਉਹਨਾਂ ਦੇ ਜੋ ਨਿਊਯਾਰਕ ਦੇ ਵਿੱਚ ਡਾਕੂਮੈਂਟ ਆਇਆ, ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇੰਡੀਆ ਦਾ ਕੋਈ ਆਫੀਸ਼ੀਅਲ ਉਸ ਡਾਕੂਮੈਂਟ ਦੇ ਮੁਤਾਬਿਕ, ਜੇ ਡਾਕੂਮੈਂਟ ਬਣੀ ਹੈ ਜਿਹੜਾ ਨਿਊਯਾਰਕ ਦੀ ਅਦਾਲਤ ਦੇ ਵਿੱਚ ਹੈ, ਡਿਪਾਰਟਮੈਂਟ ਆਫ ਜਸਟਿਸ ਨੇ ਦਿੱਤਾ ਹੈ, ਉਸ ਦੇ ਵਿੱਚ FBI ਦੀ ਵੀ ਗੱਲ ਕਹੀ ਜਾ ਰਹੀ ਹੈ, ਉਹਦੇ ਵਿੱਚ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਵੀ, NYPD ਦੀ ਵੀ ਗੱਲ ਕੀਤੀ ਜਾ ਰਹੀ ਹੈ। ਮਈ ਔਰ ਜੂਨ ਦੇ ਵਿੱਚ ਪਤਾ ਲੱਗ ਚੁੱਕਾ ਹੈ ਅਮਰੀਕਾ ਨੂੰ ਕਿ ਇੰਡੀਆ ਉਸ ਡਾਕੂਮੈਂਟ ਦੇ ਮੁਤਾਬਿਕ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਇੰਡੀਆ ਦਾ ਕੋਈ ਸੀਨੀਅਰ ਗਵਰਨਮੈਂਟ ਅਧਿਕਾਰੀ, ਸੀਨੀਅਰ ਆਫੀਸਰ, ਕੋਈ ਇੰਡੀਆ ਗਵਰਨਮੈਂਟ ਦਾ ਬੜਾ ਸੀਨੀਅਰ ਆਫੀਸਰ ਜਿਹੜਾ, ਔਰ ਬਹੁਤ ਸੀਨੀਅਰ ਆਫੀਸਰ ਕਿਹਾ ਜਾ ਰਿਹਾ ਹੈ ਕਿ ਉਹ ਡਾਇਰੈਕਟਲੀ ਇਨਵੋਲਵਡ ਹੈ। ਕਿਉਂਕਿ
छोटा मोटा मामला नहीं है। डॉक्यूमेंट 'ਚ लिखा है जी $1,00,000 की गल हो रही है, $15,000 एडवांस पेमेंट दी जा रही है। $1,00,000 कोई आम बंदा तो इंडिया का ऑथराइज नहीं कर सकता। $15,000 एडवांस पेमेंट की भी वो एलीगेशन लगा रहे हैं, एलीगेशन तो वो लगा रहे हैं ना, ठीक है। सो कह रहे कि सीनियर अफसर वो अमेरिका दे विच और कैनेडा दे विच एक लिस्ट है और वो लिस्ट के मुताबिक टारगेट कर रहे हैं और उस टारगेट हरदीप निज्जर का नाम तो हजे पहले 3-4 च भी नहीं सी, चौथा पंजवां नाम सीगा हरदीप निज्जर उन्होंने कैनेडा दे विच। और उस डॉक्यूमेंट के जी मनीए उस डॉक्यूमेंट से भी कहा जा रहा है कि इधर कैनेडा दे विच वो पहला अमेरिका कर रहे सी हजे सारा कुछ, गुरपतवंत पन्नू होना की साजिश चल रही सी मई और जून दे विच, ते इस दरम्यान 18 जून को इधर हरदीप निज्जर होना का कतल हो गया। उस डॉक्यूमेंट के इंडिया का सीनियर गवर्नमेंट अधिकारी कह रहा है कि असीं सोचिया सी जिन्होंने अमेरिका काम दिता है वो कैनेडा भी काम करनगे, लेकिन कैनेडा दे विच असीं होर किसी तो काम करवा लिया है कि जो असीं टारगेट करना सी। उस डॉक्यूमेंट दे विच ये लिखिया होया, वो डॉक्यूमेंट मैं सारा पढ़िया। हुण ये सारी जिहड़ी जानकारी है, हुण ध्यान नाल फिर दोबारा टाइमलाइन समझो कि जदों ये सारा कुछ हो रहा है मई और जून दे विच जदों ये सारा कुछ हो रहा है, बाहर नहीं आ रहा, हजे किसी नूं नहीं पता। ये अमेरिका की इंटैलीजेंस एजेंसीज़ नूं पता है। हरदीप निज्जर का इत्थे कतल हो जाता है, जाहिर जी गल है कि 5 आईज़ जी शेयर कर दी उन्होंने, कैनेडा ने भी शेयर किया होना कि भी तुहाडे बंदे का जिहदे इत्थे कतल हो गया हरदीप निज्जर का, ऐसी कुछ जानकारी तो साडे कोल ऑलरेडी सीगी और किते ना किते शायद पहला भी शेयर कर दिता होवे हरदीप निज्जर होना के कतल तो, क्योंकि हरदीप निज्जर होना नूं ये दस्सिया जा रहा सी पिछले साल तो कि तुसीं एक टारगेट हो। हरदीप निज्जर नूं तो पिछले साल तो दस्सिया जा रहा है कि तुसीं एक टारगेट हो। हुण इन्हां हालातां दे विच कैनेडा दे विच रॉबर्ट फाइव और स्टीफन चेज ग्लोबल मेल के पत्रकार इन्हां नूं किद्दां पता लगा, क्योंकि ना तो अमेरिका विचों हजे गल बाहर आई है। जोडी थॉमस कैनेडा के नैशनल सिक्योरिटी एडवाइज़र मिड अगस्त के इंडिया जाते हैं, गल करते हैं, पर गल बाहर पब्लिक नहीं आई। G20 समिट होंदा है, फिर भी गल बाहर पब्लिक नहीं हुई, ना अमेरिका करता है पब्लिक के गल, ना कैनेडा करता है। सो गल बाहर नहीं आई। गल बाहर कदों आई? 18 सितंबर को। 18 जून का कतल होया, 3 महीने बाद आई। 17 जून माफ़ करना 17 सितंबर को जदों रॉबर्ट फाइव स्टीफन चेज इस स्टोरी को फॉलो करते ग्लोबल मेल प्रधानमंत्री के ऑफिस फोन करते हैं, उस वेले तक गल हजे बाहर नहीं सी आई। सो इन्फॉर्मेशन दिती गई, प्रोवाइड की गई ग्लोबल मेल को कि भाई साहब ये इन्फॉर्मेशन आ हैगी, तुसीं इहनूं फॉलो अप करो। सो जदों इन्फॉर्मेशन मिली, सो किते ना किते ग्लोबल मेल के पत्रकारों के सोर्सिस किहड़े हो सकते हैं? इंटैलीजेंस एजेंसीज़ के कुछ बंदे ने जिन्होंने इन्होंने इन्फॉर्मेशन दी, होर कोई सोर्स नहीं है। क्योंकि या तो प्राइम मिनिस्टर ऑफिस को पता है, क्योंकि कंजरवेटिव लीडर पीयर पॉलिव को नहीं पता, NDP लीडर को बाद में दिखाया गया जगमीत सिंह होना। सो प्रधानमंत्री के कुछ करीबी लोग NSA सिर्फ उन्होंने ही पता है कि सारा कुछ चल रहा है, मीडिया को नहीं पता। मीडिया को बाहरों इंटैलीजेंस सोर्सिस तो लॉ इनफोर्समेंट सोर्सिस तो ग्लोबल मेल को खबर दी गई तो ग्लोबल मेल ने फोन कर दिता। हुण दोबारा जदों गिरफ्तारी होनी है, ग्लोबल मेल के तो सोर्सिस है ने, उही सेम पत्रकार ने रॉबर्ट फाइव से स्टीफन चेज, उही अखबार उही पत्रकार, उन्होंने दोबारा फिर स्टोरी जारी कर दी। उन्होंने फिर स्टोरी जारी करती, 2 बंदे जिहड़े गिरफ्तार होने लगे आ, RCMP गिरफ्तारी करेगी। उन्होंने आई हिट का नाम नहीं लिया, उन्होंने किसी और RCMP गिरफ्तार करेगी। ये भी दस दिता भी कुछ वीक्स गिरफ्तार होएगा। ये भी लिख दिता कि चार्जिस जिहड़े ने ले किए जाएंगे, वो तो पता ही सीगा, वो तो सिस्टम ही इस तरह चलता है। लेकिन नाल ये भी दस दिता भी किते ना किते वो फिर लिंक जुड़ सकता है इंडिया के नाल, ये भी दस दिता। वो हुण ये सारी चीज़ जदों बाहर आई, इहदा की मकसद की सीगा? किते ना किते ये जरूर मकसद सीगा कि जे खबर बाहर आती है तो जिहड़े 2 जने जिहड़े शायद ऑलरेडी सर्वेलेंस ते लगे हुए हैगे आ, तो वो कुछ हलचल करते हैं जो गिरफ्तार नहीं होए अज तक। क्योंकि किते ना किते तो भी हो सकता ऑलरेडी वो किसी ऐसी जगह पर है, उन्होंने डिटेन किया गया है या किते, क्योंकि जदों तुसीं एड्डी वड्डी खबर बाहर कढ़दे हो सकता है कि जिहड़े 2 जने फरार होने की कोशिश करन या इधर उधर होने की कोशिश करन। ये रिस्क तो नहीं लिया जा सकता, बहुत बड़ा रिस्क है। ये बहुत बड़ा रिस्क है कि जदों ग्लोबल मेल पब्लिकली ये गल कर रही है और वो भी एक जिम्मेवार अखबार, 2 जिम्मेवार जर्नलिस्ट RCMP का नाम दस के ये गल कह रहे हैं कि कुछ वीक्स दे विच, मैं बहुत सालों तो बड़ी सारी न्यूज़ स्टोरीज़ कवर कर रहा, मैं अपने जर्नलिस्टिक कैरीयर दे कदे नहीं देखा सुनिया कि कोई, और वो भी इन्ने हाई प्रोफाइल केस दे विच कोई सस्पैक्ट होण ते अखबार ये गल जारी कर दे कि जी जिहड़े सस्पैक्ट ने वो कुछ हफ्तियां बाद गिरफ्तार होणगे। मैं ये कदी नहीं सुनिया।
ਸੋ ਇਹਦਾ ਮਕਸਦ ਜਾਂ ਤਾਂ ਉਹ ਡਿਟੇਨ ਹੋ ਚੁੱਕੇ ਨੇ, ਹੁਣ ਕੋਈ ਡਰ ਨਹੀਂ ਹੈ ਕਿ ਉਹ ਕਿਤੇ ਫਰਾਰ ਹੋ ਸਕਦੇ ਨੇ ਜਾਂ ਇੱਧਰ ਉੱਧਰ ਹੋ ਸਕਦੇ ਨੇ, ਜਾਂ ਤਾਂ ਡਿਟੇਨ ਆਲਰੇਡੀ ਉਹਨਾਂ ਨੂੰ ਕਰ ਲਿਆ ਗਿਆ। ਸਿਰਫ ਉਹ ਕਿਤੇ ਨਾ ਕਿਤੇ ਕੁਝ ਇਹ ਤੋਂ ਕੋਈ ਰਿਐਕਸ਼ਨ ਲੈਣਾ ਚਾਹੁੰਦੇ ਆ ਕਿ ਸ਼ਾਇਦ ਕੋਈ ਇਹ ਫੋਨ ਕਰਨ ਜਾਂ ਕਿਤੋਂ ਫੋਨ ਆਏ ਜਾਂ ਕੁਝ ਚੈੱਕ ਹੋਏ। ਹੁਣ ਰਿਐਕਸ਼ਨ ਕੀ ਹੈ ਇਸ ਮਾਮਲੇ ਦੇ ਵਿੱਚ? ਇੰਡੀਆ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਕੀ ਕਹਿਣਾ ਉਹਨਾਂ ਦਾ? ਉਹ ਕਹਿੰਦੇ ਜੀ ਦੇਖੋ ਇਹ ਜਿਹੜੀ ਸਟੋਰੀ ਹਜੇ ਤਾਂ ਮੀਡੀਆ 'ਚ ਆਈ ਹੈ, ਜਦੋਂ ਅਫੀਸ਼ੀਅਲ ਤੌਰ ਤੇ ਜੇ ਕੈਨੇਡੀਅਨ ਲਾਅ ਇਨਫੋਰਸਮੈਂਟ ਏਜੰਸੀਜ਼ ਉਹਨਾਂ ਨੂੰ ਕੁਝ ਦੱਸਣਗੀਆਂ ਤਾਂ ਫਿਰ ਉਸ ਮਾਮਲੇ ਨੂੰ ਇਨਵੈਸਟੀਗੇਟ ਕਰ ਲੈਣਗੇ, ਫਿਰ ਉਸ ਵੇਲੇ ਦੇਖਾਂਗੇ। ਹਜੇ ਤਾਂ ਮੀਡੀਆ 'ਚ ਹੀ ਸਟੋਰੀ ਆਈ ਹੈ। ਇਹ ਕੈਨੇਡਾ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਉਹਨਾਂ ਨੇ ਇੱਕ ਪ੍ਰਾਈਵੇਟ ਅਖਬਾਰ ਨੂੰ ਇਹ ਗੱਲ ਕਹਿਤੀ, ਮੀਡੀਆ ਨੂੰ ਗੱਲ ਕਹਿਤੀ ਹੈ। ਇਸ ਤੋਂ ਇਲਾਵਾ ਜੇ ਥੋੜਾ ਜਿਹਾ ਬੈਕਗਰਾਉਂਡ 'ਚ ਜਾਈਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਇੱਕ ਇੰਟਰਵਿਊ ਦਿੱਤਾ। ਫਾਈਨੈਂਸ਼ੀਅਲ ਟਾਈਮਜ਼ ਬ੍ਰਿਟਨ ਦੀ ਅਖਬਾਰ ਹੈ, ਬੜੀ ਧਿਆਨ ਨਾਲ ਸਮਝਣ ਵਾਲੀ ਗੱਲ ਹੈ। ਬ੍ਰਿਟਨ ਦੀ ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਇਹ ਉਹੀ ਅਖਬਾਰ ਹੈ ਜਿਨ੍ਹਾਂ ਨੇ ਗੁਰਪਤਵੰਤ ਸਿੰਘ ਪੰਨੂ ਹੋਣਾ ਦੀ ਸਾਜ਼ਿਸ਼ ਦੇ ਬਾਰੇ ਸਾਰੀ ਖਬਰ ਛਾਪੀ ਸੀ। ਬ੍ਰਿਟਨ ਦੀ ਅਖਬਾਰ ਉਹੀ ਬ੍ਰਿਟਨ ਦੀ ਫਾਈਨੈਂਸ਼ੀਅਲ ਟਾਈਮਜ਼ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੰਟਰਵਿਊ ਦਿੰਦੇ ਨੇ ਔਰ ਉਹ ਪੁੱਛਦੇ ਨੇ ਕਿਉਂਕਿ ਉਹਨਾਂ ਨੇ ਖਬਰ ਛਾਪੀ ਸੀ ਗੁਰਪਤਵੰਤ ਸਿੰਘ ਪੰਨੂ ਹੋਣਾ ਬਾਰੇ। ਸੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਪਹਿਲੀ ਵਾਰੀ ਉਹਨਾਂ ਦਾ ਅਫੀਸ਼ੀਅਲ ਕਮੈਂਟ ਆਇਆ, ਅਜੇ ਤੱਕ ਕਿਸੇ ਨੇ ਸਵਾਲ ਨਹੀਂ ਪੁੱਛਿਆ ਨਾ ਉਹਨਾਂ ਨੇ ਕੋਈ ਜਵਾਬ ਦਿੱਤਾ ਸੀ। ਸੋ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਜਿਹੜਾ ਰੂਲ ਆਫ ਲਾਅ ਫੋਲੋ ਕਰਦਾ ਹੈ, ਸਾਨੂੰ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕਹਿੰਦੇ ਜੇ ਕੋਈ ਇਹਦੇ ਵਿੱਚੋਂ ਜਾਣਕਾਰੀ ਨਿਕਲੇਗੀ ਤਾਂ ਫਿਰ ਅਸੀਂ ਉਹਦੇ ਤੇ ਕਾਰਵਾਈ ਕਰ ਲਾਂਗੇ ਜੇ ਇੰਡੀਅਨ ਸਿਟੀਜ਼ਨ ਕਿਸੇ 'ਚ ਇਨਵੋਲਵ ਹੋਇਆ। ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਵੀ ਇਹੀ ਕਹਿੰਦੇ ਰਹੇ ਨੇ ਕਿ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਦਿਓ, ਵੀ ਵਿਲ ਲੁੱਕ ਇਨਟੂ ਦਾ ਮੈਟਰ। ਅਮਰੀਕਾ ਦੇ ਮਾਮਲੇ 'ਚ ਤਾਂ ਇੱਕ ਇਨਵੈਸਟੀਗੇਸ਼ਨ ਕਮੇਟੀ ਵੀ, ਇਨਕੁਆਇਰੀ ਕਮੇਟੀ ਦਾ ਵੀ ਗਠਨ ਹੋ ਗਿਆ ਕਿ ਜੀ ਇਨਕੁਆਇਰੀ ਕਮੇਟੀ ਇਨਕੁਆਇਰੀ ਕਰ ਰਹੀ ਹੈ। ਅੱਛਾ, ਕੈਨੇਡਾ ਦੇ ਮਾਮਲੇ ਦੇ ਉੱਤੇ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਸਾਹਿਬ ਨੂੰ ਵੀ ਉਹਨੇ ਰੀਸੈਂਟਲੀ ਪੁੱਛਿਆ ਗਿਆ। ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਸਾਹਿਬ ਕਹਿ ਰਹੇ ਨੇ ਕਿ ਜੇ ਕੋਈ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਦਿੱਤੀ ਜਾਏਗੀ ਤਾਂ ਇੰਡੀਆ ਇਨਕੁਆਇਰੀ ਕਰ ਲੇਗਾ, ਪਰ ਇੰਡੀਆ ਕਿਸੇ ਕਤਲ ਦੇ ਵਿੱਚ ਇਨਵੋਲਵ ਨਹੀਂ ਹੈ, ਉਹਨਾਂ ਨੇ ਡਿਨਾਈ ਕਰ ਦਿੱਤਾ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ। ਔਰ ਨਾਲ ਇਹ ਵੀ ਸਵਾਲ ਖੜਾ ਕਰ ਦਿੱਤਾ ਕਿ ਜਵਾਬ ਤੇ ਕੈਨੇਡਾ ਦੇ ਕਿ ਜਿਹੜਾ ਇੰਡੀਆ ਦੇ ਮੋਸਟ ਵਾਂਟਡ ਨੇ ਉਹ ਕੈਨੇਡਾ ਦੇ ਵਿੱਚ ਕੀ ਕਰ ਰਹੇ ਨੇ, ਉਹਨਾਂ ਨੇ ਕੈਨੇਡਾ ਨੂੰ ਸਵਾਲ ਪੁੱਛ ਲਿਆ। ਹੁਣ ਉਹ ਇੰਡੀਆ ਦੇ ਆਪਣੀ ਕਹਿਣਾ ਹੈ ਕਿ ਜੀ ਇਹ ਕੋਈ ਸਾਡਾ ਮੋਸਟ ਵਾਂਟਡ ਆ, ਇੰਡੀਆ ਕਹਿ ਰਿਹਾ ਜੀ ਕੋਈ ਟੈਰਰਿਸਟ ਆ ਇੰਡੀਆ, ਉਹ ਤਾਂ ਇੰਡੀਆ ਦੀ ਗੱਲ ਆ। ਕੈਨੇਡਾ ਦੇ ਵਿੱਚ ਤਾਂ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਉਹ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ, ਸਿਟੀਜ਼ਨ ਨੇ, ਕੈਨੇਡੀਅਨ ਨਾਗਰਿਕ ਨੇ। ਕੈਨੇਡਾ ਨੇ ਆਪਣੇ ਪਰਸਪੈਕਟਿਵ ਨਾਲ ਇਹਦੇ ਬਾਰੇ ਗੱਲ ਕਰਨੀ ਹੈ। ਇਹੀ ਕਿਤੇ ਨਾ ਕਿਤੇ ਟਕਰਾਵ ਦਾ ਕਾਰਨ ਹੈ ਕਿ ਇੰਡੀਆ ਕਹਿੰਦਾ ਜੀ ਕਿ ਤੁਸੀਂ ਇੱਥੇ ਉਹ ਲੋਕ ਜੋ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ। ਕੈਨੇਡਾ ਕਹਿੰਦਾ ਜੀ ਸਾਡੇ ਨਾਗਰਿਕ ਨੇ, ਜਦ ਤੱਕ ਕੋਈ ਵਾਇਲੈਂਟ ਐਕਟੀਵਿਟੀ ਨਹੀਂ ਕਰਦੇ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ। ਸ਼ਾਂਤਮਈ ਢੰਗ ਦੇ ਨਾਲ, ਬਿਲਕੁਲ ਸ਼ਾਂਤੀ ਦੇ ਨਾਲ, ਫਰੀडम ਆਫ ਸਪੀਚ ਦਾ ਮਾਮਲਾ ਹੈ ਸਾਰਾ ਦਾ ਸਾਰਾ, ਇਹ ਆਪਣੀ ਗੱਲਬਾਤ ਕਰ ਸਕਦੇ ਆ। ਸੋ ਇੱਥੇ ਆ ਕੇ ਇਹ ਵੱਖਰੇਵੇਂ ਜਿਹੜੇ ਨੇ ਕੈਨੇਡਾ ਔਰ ਇੰਡੀਆ ਦੇ ਵਿੱਚ ਨਜ਼ਰ ਆ ਰਹੇ ਨੇ। ਪਰ ਹੁਣ ਅਮਰੀਕਾ ਵੀ ਇਨਵੋਲਵ ਹੋ ਗਿਆ। ਹੁਣ ਜੋ ਬਾਈਡਨ ਸਾਹਿਬ ਵੀ ਪੁੱਛ ਰਹੇ ਨੇ, ਐਂਥਨੀ ਬਲਿੰਕਨ ਸਾਹਿਬ ਵੀ ਪੁੱਛ ਰਹੇ ਨੇ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਅਮਰੀਕਨ ਔਰ ਕੈਨੇਡੀਅਨ ਸਿਟੀਜ਼ਨ ਨੇ, ਕਿਆ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਇੰਡੀਆ 'ਚ ਰਚੀ ਗਈ। ਸੋ ਹੁਣ ਦੇਖਦੇ ਹਾਂ ਜੀ, ਇਹ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ। ਇਹ ਦੋ ਜਣੇ ਗ੍ਰਿਫਤਾਰ ਕਰਨ ਦੀ ਗੱਲ ਹੁਣ ਸਾਹਮਣੇ ਆਈ ਹੈ। ਕੀ ਇਹ ਗ੍ਰਿਫਤਾਰੀ ਹੋਏਗੀ? ਔਰ ਕੁਝ ਵੀਕਸ, ਫਿਊ ਵੀਕਸ ਤਾਂ ਫਿਰ ਕੁਝ ਵੀ ਹੋ ਸਕਦਾ ਹੈ, 2 ਵੀਕ ਹੈ, ਫਿਊ ਵੀਕਸ ਕੇ 4 ਵੀਕ ਹੈ, 6 ਵੀਕ ਹੈ, ਸਾਨੂੰ ਨਹੀਂ ਪਤਾ। ਔਰ ਹੋਰ ਮਾਮਲਾ ਉਸ ਸਮੇਂ ਇੰਟਰਸਟਿੰਗ ਹੋਏਗਾ ਜਦੋਂ ਕਿ ਚਾਰजेस ਅਸੀਂ ਦੇਖਾਂਗੇ ਔਰ ਕੀ ਉਹ ਇੰਡੀਆ ਦੇ ਨਾਲ ਲਿੰਕ ਹੋ ਰਹੇ ਕਿ ਨਹੀਂ ਹੋ ਰਹੇ, ਉਹ ਵੀ ਬਿਲਕੁਲ ਦੇਖਣ ਵਾਲੀ ਗੱਲ ਹੋਏਗੀ। ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦੇਵਾਂ ਕਿ ਲਿਬਰਲ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਸਾਹਿਬ ਨੇ ਤਾਂ ਇੱਥੇ ਤੱਕ ਕਿਹਾ ਸੀਗਾ ਕਿ ਜੀ ਬਿਲਕੁਲ ਸਬੂਤ ਹੈਗੇ ਨੇ, ਕਿਉਂਕਿ ਜਦ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਅਸੀਂ ਕਹਿੰਦੇ ਜੀ ਕ੍ਰੈਡੀਬਲ ਐਲੀਗੇਸ਼ਨ ਕਹਿ ਰਹੇ ਸੀ ਟਰੂਡੋ ਸਾਹਿਬ, ਲੇਕਿਨ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਜੀ ਨਹੀਂ ਜੀ ਨਹੀਂ, ਉਹ ਸਬੂਤ ਹੈਗੇ ਨੇ। ਸੋ ਦੇਖਦੇ ਹਾਂ ਹੁਣ ਉਹ ਸਬੂਤ ਹੈ ਨਹੀਂ ਹੈ। ਔਰ ਬਟ ਵਾਈ ਮੀਡੀਆ ਦੇ ਉੱਤੇ ਸਾਡੀ ਨਿਗਾਹ ਇਸ ਖਬਰ ਤੇ ਬਰਕਰਾਰ ਹੈ। ਤੁਹਾਨੂੰ ਮਿੰਟ ਟੂ ਮਿੰਟ ਜਿਹੜੀ ਜਾਣਕਾਰੀ ਹੈ ਅਸੀਂ ਲਗਾਤਾਰ ਤੁਹਾਨੂੰ ਸਾਂਝੀ ਕਰਦੇ ਰਵਾਂਗੇ। The biggest South Asian media group, Y Media.